ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਜਿਨ ਭੋਗੋਂ ਕੋ ਸੁਖ ਲਖ ਭੋਗੇ। ਸੋ ਸਭ ਦੁਖ ਕੋ ਕਾਰਨ ਸੋਗੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ ਭੋਗੋਂ ਕੋ ਸੁਖ ਲਖ ਭੋਗੇ। ਸੋ ਸਭ ਦੁਖ ਕੋ ਕਾਰਨ ਸੋਗੇ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ ਕਿ ਭਾਈ ਇਹ ਮਨੁੱਖਾ ਦੇਹੀ ਮਿਲੀ ਹੈ ਇਹ 84 ਲੱਖ ਦੀ ਸਰਦਾਰ ਹੈ। ਪਰ ਇਸ ਦੇਹੀ ਦੇ ਵਿੱਚ ਵੀ ਬੜੇ ਦੁੱਖ ਨੇ। ਬਚਪਨ ਦੇ ਵਿੱਚ ਕੀ ਦੁੱਖ ਉਹ ਕੱਲ੍ਹ ਆਪ ਜੀ ਨੇ ਸਾਂਝੇ ਕੀਤੇ। ਜਵਾਨੀ ਦੇ ਵਿੱਚ ਫਿਰ ਜਿੰਨੇ ਵਿਸ਼ੇ ਵਿਕਾਰ ਨੇ ਉਹ ਇੱਕ ਆਸ ਰੱਖਦੇ ਨੇ ਕਿ ਜਿਵੇਂ ਗਰੀਬ ਬੰਦਾ ਆਸ ਰੱਖਦਾ ਕਿਸੇ ਧਨਵਾਨ ਤੋਂ ਵੀ ਕਦੇ ਨਾ ਕਦੇ ਲੋੜ ਪਏਗੀ ਕੰਮ ਪੂਰਾ ਹੋ ਜਾਏਗਾ। ਇਸੇ ਤਰ੍ਹਾਂ ਜਿਹੜੇ ਵਿਸ਼ੇ ਵਿਕਾਰ ਨੇ ਇਹ ਜਵਾਨੀ ਦੀ ਉਮਰ ਵਿੱਚ ਹਰ ਕਿਸੇ ਤੋਂ ਇਹ ਆਸ ਰੱਖਦੇ ਨੇ ਕਿ ਸਾਡੀ ਪੂਰਤੀ ਹੁਣ ਇਹਨਾਂ ਰਾਹੀਂ ਹੋਵੇਗੀ। ਸਤਿਗੁਰੂ ਜੀ ਇਸੇ ਤਰ੍ਹਾਂ ਅੱਗੇ ਉਪਦੇਸ਼ ਦਿੰਦੇ ਨੇ। ਕਵੀ ਰਾਜ ਅੱਗੇ ਲਿਖ ਰਹੇ ਨੇ ਕਿ ਜਿਨ ਭੋਗੋਂ ਕੋ ਸੁਖ ਲਖ ਭੋਗੇ। ਸੋ ਸਭ ਦੁੱਖ ਕੋ ਕਾਰਨ ਸੋਗੇ। ਮਨੁੱਖ ਜਿਨ੍ਹਾਂ ਭੋਗਾਂ ਨੂੰ ਸੁੱਖ ਸਮਝ ਕੇ ਭੋਗਦਾ ਕਿ ਇਹਦੇ ਵਿੱਚ ਬੜੇ ਸੁੱਖ ਨੇ ਪਰ ਅਸਲ ਵਿੱਚ ਉਹਨਾਂ ਸੁੱਖਾਂ ਤੋਂ ਕਾਰਨ ਬਣਦਾ ਕਿ ਦੁੱਖਾਂ ਦਾ। ਉਹ ਸੁੱਖਾਂ ਤੋਂ ਅੱਗੇ ਫਿਰ ਦੁੱਖ ਪੈਦਾ ਹੁੰਦੇ ਨੇ। ਜੋ ਕੰਚਨ ਘਟ ਬਿਖ ਕੋ ਪੂਰਾ। ਕਰੈ ਪਾਨ ਪਿਖ ਕੈ ਤਿਹ ਰੂਰਾ। ਹੁਣ ਜਵਾਨੀ ਦੇ ਵਿੱਚ ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਗਏ ਉਹ ਉਹਨਾਂ ਵਿਸ਼ੇ ਵਿਕਾਰਾਂ ਨੂੰ ਹੀ ਸੁੱਖ ਸਮਝਦੇ ਨੇ। ਇੱਥੇ ਸਤਿਗੁਰੂ ਜੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਵੀ ਜਿਵੇਂ ਇੱਕ ਸੋਨੇ ਦਾ ਘੜਾ ਹੋਵੇ ਬੜਾ ਸੋਹਣਾ ਹੋਵੇ ਪਰ ਉਹਦੇ ਵਿੱਚ ਭਰਿਆ ਹੋਵੇ ਜ਼ਹਿਰ। ਬੰਦੇ ਨੂੰ ਪਤਾ ਵੀ ਲੱਗ ਜਾਏ ਵੀ ਸੋਨੇ ਦਾ ਘੜਾ ਹੈ ਇਹਦੇ ਵਿੱਚੋਂ ਜ਼ਹਿਰ ਪੀਣਾ ਹੈ ਤਾਂ ਕਦੇ ਨਾ ਪੀਏਗਾ। ਪਰ ਇਹ ਵਿਸ਼ੇ ਵਿਕਾਰ ਬਿਲਕੁਲ ਇਸੇ ਤਰ੍ਹਾਂ ਦੇ ਬਾਹਰੋਂ ਸੋਨੇ ਦੇ ਘੜੇ ਵਰਗੇ ਸੋਹਣੇ ਲੱਗਦੇ ਨੇ ਅੰਦਰ ਇਹ ਨਿਰਾ ਹੀ ਜ਼ਹਿਰ ਨੇ। ਤਿਉਂ ਵਿਚਾਰ ਬਿਨ ਸੁੰਦਰ ਨਾਰੀ।
ਭੋਗੇ ਹੈ ਅਧੀਨ ਦੁਖਕਾਰੀ। ਇਸੇ ਤਰ੍ਹਾਂ ਤੋਂ ਵਿਚਾਰ ਤੋਂ ਅਧੀਨ ਹੋ ਕੇ, ਵਿਚਾਰ ਤੋਂ ਹੀਣ ਹੋ ਕੇ ਵਿਚਾਰ ਨਹੀਂ ਕਰਦੇ, ਚਾਹੇ ਉਹ ਨਾਰੀ ਹੈ ਚਾਹੇ ਪੁਰਸ਼ ਹੈ। ਔਰ ਇੱਥੇ ਸਤਿਗੁਰੂ ਜੀ ਪਾਵਨ ਬਚਨ ਕਰਦੇ ਨੇ ਪਰਤਨਗਾਮੀ ਦੀ, ਜਿਹੜੇ ਕੇਵਲ ਵਿਸ਼ੇ ਵਿਕਾਰ ਹੀ ਭੋਗਦੇ ਨੇ। ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਇਹ ਸਰੀਰ ਕੇਵਲ ਇਸ ਕੰਮ ਕਰਕੇ ਨਹੀਂ ਸੀ ਮਿਲਿਆ, ਇਹ ਸਰੀਰ ਇਸ ਵਾਸਤੇ ਨਹੀਂ ਸੀ ਮਿਲਿਆ। ਜੁਆ ਆਵੈ ਨਿਸਾ ਪ੍ਰਘੋਰਾ, ਪੰਚ ਚੋਰ ਕਰਹਿ ਵੱਡ ਜੋਰਾ। ਜਵਾਨੀ ਏਡੇ ਭਿਆਨਕ, ਇਹਨੂੰ ਇਹਦਾ ਭੂਤ ਚਿੰਬੜਿਆ ਹੈ ਜਿੱਥੇ ਕਾਮ ਦਾ, ਉੱਥੇ ਬੜੀ ਭਿਆਨਕ ਤੇ ਇੱਕ ਬੜੀ ਖਤਰਨਾਕ ਰਾਤ ਵੀ ਹੈ। ਜਵਾਨੀ ਜਿਹੜੀ ਬੜੀ ਭਿਆਨਕ ਰਾਤ ਦੇ ਵਾਂਗ ਹੈ, ਆਉਂਦੀ ਹੈ। ਤੇ ਪੰਜ ਚੋਰ ਜਿਹੜੇ ਨੇ ਫਿਰ ਜ਼ੋਰ ਬਹੁਤਾ ਪਾਉਂਦੇ ਨੇ, ਕਿਉਂਕਿ ਚੋਰ ਜਿਹੜੇ ਨੇ ਉਸ ਅਕਸਰ ਜਿਹੜਾ ਹਨੇਰੇ ਦੇ ਫਾਇਦਾ ਚੁੱਕਦੇ ਨੇ, ਰਾਤ ਨੂੰ ਬਹੁਤੀਆਂ ਕਰਦੇ ਨੇ। ਇਹ ਜਵਾਨੀ ਵੀ ਇੱਕ ਰਾਤ ਦੀ ਤਰ੍ਹਾਂ ਹੈ। ਇਨ ਤਸਕਰ ਤੇ ਹੈਵਜੇ ਸੁਚੇਤੂ, ਦਰਬ ਆਤਮਾ ਰਖੇ ਨਿਕੇਤੂ। ਪਰ ਨਾਲ ਹੀ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਸਾਰੀ ਜਵਾਨੀ ਮਾੜੀ ਨਹੀਂ ਪਾਈ। ਜਵਾਨੀ ਦੇ ਵਿੱਚ ਵੀ ਜਿਹੜਾ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿੰਦਾ, ਇਹਨਾਂ ਪੰਜਾਂ ਚੋਰਾਂ ਤੋਂ ਸੁਚੇਤ ਰਹਿੰਦਾ ਹੈ, ਉਹ ਨਾਮ ਧਨ ਨੂੰ ਅੰਦਰ ਸਾਂਭ ਕੇ ਰੱਖਦਾ। ਤੇ ਇਹ ਪੰਜ ਚੋਰ ਉਹਨੂੰ ਚੁਰਾ ਵੀ ਨਹੀਂ ਸਕਦੇ, ਕਿਉਂਕਿ ਜਵਾਨੀ ਹੁਣ ਬਾਬਾ ਬੁੱਢਾ ਸਾਹਿਬ ਜੀ 'ਤੇ ਵੀ ਆਈ, ਜਵਾਨੀ ਬਾਬਾ ਫਰੀਦ ਜੀ 'ਤੇ ਵੀ ਆਈ, ਬਾਬਾ ਕਬੀਰ ਜੀ 'ਤੇ ਵੀ ਆਈ, ਜਵਾਨੀ ਤਾਂ ਭਾਈ ਮਤੀ ਦਾਸ 'ਤੇ ਵੀ ਆਈ। ਜਵਾਨੀ ਮਾੜੀ ਨਹੀਂ, ਪਰ ਹਾਂ ਜਿਹੜੇ ਸੁਚੇਤ ਹੋ ਜਾਣ, ਜਿਨ੍ਹਾਂ ਨੇ ਨਾਮ ਧਨ ਨੂੰ ਅੰਦਰ ਰੱਖ ਲਿਆ ਹੈ, ਉਹ ਆਪਣੇ ਇਸ ਧਨ ਨੂੰ ਸਾਂਭ ਕੇ ਰੱਖਦੇ ਨੇ। ਉੱਥੇ ਚੋਰੀ ਜਿਹੜੀ ਹੈ ਚੋਰ ਨਹੀਂ ਕਰ ਸਕਦੇ। ਧਨ ਸੇ ਨਾਰ ਪਾਵੈ ਪਦ ਭੂਰੀ, ਆਨੰਦ ਬਿਖੈ ਥਿਤ ਤਿਹ ਬਿਦ ਰੂਰੀ। ਉਹ ਮਨੁੱਖ ਜਿਹੜੇ ਨੇ ਅਸਲ ਵਿੱਚ ਸੱਚਾ ਧਨ ਉਹਨਾਂ ਕੋਲ ਹੁੰਦਾ, ਸੱਚੇ ਧਨ ਦੀ ਪਦਵੀ ਉਹਨਾਂ ਦੇ ਕੋਲ ਹੁੰਦੀ ਹੈ ਕਿ ਉਹ ਆਨੰਦ ਉਹਨਾਂ ਦਾ ਜਿਹੜਾ ਫਿਰ ਕੋਈ ਆਰਾ ਵੀ ਨਹੀਂ ਹੋ ਸਕਦਾ। ਉਹ ਜਿਹੜਾ ਸੱਚੇ ਧਨ ਤੋਂ ਆਨੰਦ ਮਿਲਦਾ ਹੈ, ਕੋਈ ਉਬਲਦੇ ਹੋਈ ਦੇਗ ਵੀ ਨਹੀਂ ਖੋ ਸਕਦੀ। ਪਰਮ ਛਤਰ ਇਹ ਜੋਬਨ ਜਾਨੋ, ਕਾਮ ਕ੍ਰੋਧ ਇਹ ਛਤਰ ਪਹਿਚਾਨੋ। ਹੁਣ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜੀ ਜਵਾਨੀ ਹੈ ਨਾ, ਇਹ ਸਮਝ ਲਓ ਮਨੁੱਖ ਦੇ ਆਤਮਿਕ ਜੀਵਨ ਦੀ ਇੱਕ ਦੁਸ਼ਮਣ ਹੈ। ਤੇ ਇਹਦੇ ਵਿੱਚ ਖਾਸ ਦੁਸ਼ਮਣ ਨੇ ਪੰਜ ਚੋਰ। ਤੇ ਉਹਨਾਂ ਪੰਜਾਂ ਚੋਰਾਂ ਵਿੱਚੋਂ ਕਹਿੰਦੇ ਨੇ ਕਾਮ ਕ੍ਰੋਧ ਇਹ ਛਤਰ ਪਛਾਨੋ। ਕਾਮ ਤੇ ਕ੍ਰੋਧ ਇਹਨਾਂ ਵਿੱਚ ਮੁਖੀ ਨੇ, ਇਹ ਮੁਖੀ ਦੁਸ਼ਮਣ ਨੇ, ਇਹ ਵੈਰੀਆਂ ਦੇ ਪ੍ਰਧਾਨ ਨੇ। ਔਰ ਇਹਨਾਂ ਦੋਵਾਂ ਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬੜੇ ਬਚਨ ਕਹੇ ਨੇ ਕਿ ਕਾਮ ਕ੍ਰੋਧ ਕਾਇਆ ਕੋ ਗਾਲੈ, ਜੋ ਕੰਚਨ ਸੁਹਾਗਾ ਢਾਲੈ। ਇਹ ਸਰੀਰ ਨੂੰ ਵੀ ਗਾਲ ਕੇ ਰੱਖਦੇ ਨੇ, ਇਹ ਅੰਦਰ ਆਤਮਾ ਨੂੰ ਤਾਂ ਮਾਰਦੇ ਹੀ ਨੇ, ਇਹ ਸਰੀਰ ਨੂੰ ਵੀ ਗਾਲਦੇ ਨੇ। ਬਾਰ ਬਾਰ ਇਹ ਕਰੇ ਪ੍ਰਹਾਰਾ, ਖੰਡ ਖੰਡ ਮਨ ਕੋ ਕਰ ਡਾਰਾ। ਤੇ ਇਹ ਥੋੜ੍ਹੀ ਕਿ ਕਾਮ ਦੀ ਪੂਰਤੀ ਹੋ ਗਈ ਤੇ ਸ਼ਾਂਤ ਹੋ ਗਿਆ, ਕ੍ਰੋਧ ਇੱਕ ਵਾਰੀ ਆ ਗਿਆ ਤੇ ਦੁਬਾਰੇ ਆਉਣਾ ਨਹੀਂ। ਕਹਿੰਦੇ ਦੋ ਦੁਸ਼ਮਣ ਨੇ ਤੇ ਵਾਰ-ਵਾਰ ਮਨੁੱਖ ਤੇ ਵਾਰ ਕਰਦੇ ਨੇ। ਇੱਥੋਂ ਤੱਕ ਕਿ ਖੰਡ ਖੰਡ ਮਨ ਕੋ ਕਰ ਡਾਰਾ, ਇਹਨਾਂ ਨੇ ਮਨ ਦੇ ਟੁਕੜੇ ਟੁਕੜੇ ਕੀਤੇ ਨੇ, ਮਨ ਨੂੰ ਟਿਕਣ ਹੀ ਨਹੀਂ ਦਿੰਦੇ, ਖਿਲਾਰ ਕੇ ਰੱਖਿਆ ਹੋਇਆ ਹੈ। ਜੋ ਸਾਵਣ ਹੈ ਬਰਖਾ ਭਾਰੀ, ਸਰਤਾ ਕੋ ਪ੍ਰਵਾਹੇ ਬਲਕਾਰੀ। ਹੁਣ ਇੱਥੇ ਜਵਾਨੀ ਦੀ ਉਦਾਹਰਣ ਦਿੰਦੇ ਨੇ ਕਿ ਜਿਵੇਂ ਸਾਉਣ ਦੇ ਮਹੀਨੇ ਵਿੱਚ ਬੜਾ ਮੀਂਹ ਪਵੇ, ਭਾਰੀ ਮੀਂਹ ਪੈਂਦਾ ਹੈ, ਤੇ ਫਿਰ ਨਦੀਆਂ ਦਾ ਪ੍ਰਵਾਹ ਜਿਹੜਾ ਪਾਣੀ ਦਾ ਐਨ ਬੜੇ ਜ਼ੋਰ ਦੇ ਨਾਲ ਚੱਲਦਾ, ਭਰ ਕੇ ਚੱਲਦਾ ਹੈ। ਤਿਉਂ ਜੋ ਬਣ ਕੇ ਆਵਣ ਕਰਕੇ, ਤ੍ਰਿਸ਼ਨਾ ਹੋਤ ਅਦਕ ਬਲ ਧਰਕੈ। ਇਵੇਂ ਜਦੋਂ ਜਵਾਨੀ ਆਉਂਦੀ ਹੈ
ਸੌਣ ਦੇ ਮੀਂਹ ਵਾਂਗੂ ਇਹਦੇ ਅੰਦਰ ਤ੍ਰਿਸ਼ਨਾ ਵੀ ਜਿਹੜੀ ਪੂਰੇ ਭਰ ਕੇ ਆਉਂਦੀ ਹੈ। ਉਦੋਂ ਤ੍ਰਿਸ਼ਨਾ ਬੜੇ ਜ਼ੋਰ ਦੇ ਨਾਲ ਆਉਂਦੀ ਹੈ, ਪਰ ਇਹ ਜਿਹੜੀ ਤ੍ਰਿਸ਼ਨਾ ਹੈ ਨਾ ਜਵਾਨੀ ਦੇ ਵਿੱਚ ਤੇ ਭਰ ਕੇ ਆਉਂਦੀ ਹੈ। ਅੱਗੇ ਜਾ ਕੇ ਗੁਰੂ ਸਾਹਿਬ ਨੇ ਸਮਝਾਉਣਾ ਵੀ ਹੈ, ਪਰ ਇਹ ਬੁਢਾਪੇ ਦੇ ਵਿੱਚ ਖਤਮ ਥੋੜ੍ਹੀ ਹੁੰਦੀ ਹੈ ਜੀ। ਬੁਢਾਪੇ ਦੇ ਵਿੱਚ ਜਵਾਨੀ ਵਾਲੀ ਤਾਕਤ ਖਤਮ ਹੋ ਜਾਂਦੀ ਹੈ, ਸਰੀਰ ਦਾ ਜ਼ੋਰ ਘਟ ਜਾਂਦਾ ਹੈ, ਅੱਖਾਂ ਦੀ ਜੋਤ ਘਟ ਜਾਂਦੀ ਹੈ, ਪਰ ਤ੍ਰਿਸ਼ਨਾ ਹੋਰ ਦੁਗਣੀ ਵੱਧਦੀ ਹੈ। ਸਭ ਕੁਝ ਘਟ ਜਾਂਦਾ, ਪਰ ਤ੍ਰਿਸ਼ਨਾ ਹੋਰ ਜ਼ਿਆਦਾ ਵੱਧਦੀ ਹੈ। ਹੁਣ ਇੱਥੇ ਸਤਿਗੁਰੂ ਜੀ ਸਮਝਾਉਂਦੇ ਨੇ ਜਵਾਨੀ ਦੇ ਵਿੱਚ ਤ੍ਰਿਸ਼ਨਾ ਐਨ ਬੜੇ ਜ਼ੋਰ ਦੇ ਨਾਲ ਆਉਂਦੀ ਹੈ। ਜੋ ਸਾਗਰ ਗੰਭੀਰ ਅਪਾਰੇ, ਮਸ਼ਕਸ਼ ਹੈ ਨਕਰ ਮਝਾਰੇ। ਸੌਣ ਦੇ ਵਿੱਚ ਮੀਂਹ ਭਰ ਕੇ ਪੈਂਦਾ ਹੈ। ਅਗਲੀ ਉਦਾਹਰਨ ਦਿੰਦੇ ਨੇ, ਜਿਵੇਂ ਸਮੁੰਦਰ ਬੜਾ ਅਪਾਰ ਬੜਾ ਗੰਭੀਰ ਹੁੰਦਾ ਹੈ ਨਾ, ਸਮੁੰਦਰ ਦੇ ਵਿੱਚ ਮੱਛੀਆਂ ਨੇ, ਕੱਛੂ ਨੇ, ਮਗਰਮੱਛ ਰਹਿੰਦੇ ਨੇ। ਤਰਨੋ ਕਠਨ ਤਾਹੇ ਕੋ ਹੋਏ, ਚੜ੍ਹੈ ਜਹਾਜ਼ ਪਾਏ ਤਟ ਸੋਈ। ਇੱਕ ਤੇ ਸਮੁੰਦਰ ਜਿਹੜਾ ਉਹਦਾ ਆਰਾ ਪਾਰ ਕੋਈ ਨਹੀਂ, ਕਿੰਨਾ ਕੁ ਡੂੰਘਾ, ਕਿੰਨਾ ਕੁ ਅੱਗੇ ਜਾਣਾ ਪਵੇ, ਉੱਥੇ ਤਰਨਾ ਔਖਾ ਹੈ। ਤੇ ਦੂਸਰਾ ਸਮੁੰਦਰ ਦੇ ਵਿੱਚ ਵੱਡੇ ਵੱਡੇ ਮਗਰਮੱਛ, ਮੱਛੀਆਂ, ਉਹਦੇ 'ਚ ਕੱਛੂ, ਪਤਾ ਨਹੀਂ ਕੀ ਕੁਝ ਰਹਿੰਦਾ ਹੈ। ਤੇ ਇਵੇਂ ਦਾ ਭਰਿਆ ਹੋਇਆ ਸਮੁੰਦਰ, ਉਹਨੂੰ ਪਾਰ ਕਰਨਾ ਤੇ ਬਹੁਤਾ ਹੀ ਔਖਾ ਹੈ। ਇਹ ਜਵਾਨੀ ਬਸ ਇਵੇਂ ਦਾ ਇੱਕ ਸਮੁੰਦਰ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਸਮੁੰਦਰ ਨੂੰ ਤਰਨਾ ਹੋਵੇ ਤੇ ਤਰ ਕੇ ਜਾਣਾ ਔਖਾ, ਪਰ ਜਹਾਜ਼ ਵਿੱਚ ਬੈਠ ਜਾਈਏ, ਕਿਸੇ ਬੇੜੇ 'ਚ ਬੈਠ ਜਾਈਏ ਤੂੰ ਕਿਸੇ ਨਾ ਕਿਸੇ ਬੰਨੇ ਲਾ ਦਿੰਦਾ ਹੈ। ਤਿਉ ਜੋਬਨ ਹੈ ਸਹਿਤ ਵਿਕਾਰਾ, ਤਰਨੋ ਕਠਨ ਨ ਪਾਵੇ ਪਾਰਾ। ਇਸੇ ਤਰ੍ਹਾਂ ਜਵਾਨੀ ਬੜਾ ਔਖਾ, ਬੜਾ ਇਹਦੇ 'ਚੋਂ ਲੰਘਣਾ ਬੜਾ ਔਖਾ ਹੈ। ਤਰਨੋ ਕਠਨ ਨ ਪਾਵੇ ਪਾਰਾ, ਇਸ ਜਵਾਨੀ ਦੇ ਵਿੱਚੋਂ ਇਹ ਵਿਕਾਰਾਂ ਦੀਆਂ ਲਹਿਰਾਂ ਨੂੰ ਤਰ ਕੇ ਜਾਣਾ ਬੜਾ ਔਖਾ ਹੈ। ਲੱਖ ਸਤ ਸੰਗਤ ਪੋਤ ਮਹਾਨਾ, ਸਿਮਰਨ ਨਾਮ ਜਹਾਂ ਬਰਦਵਾਨਾ। ਹਾਂ, ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੀ ਸੰਗਤ, ਸਤ ਸੰਗਤ ਇੱਕ ਐਸਾ ਜਹਾਜ਼ ਹੈ ਜਵਾਨੀ ਦੇ ਵਿੱਚ, ਕੋਈ ਇਸ ਸਤ ਸੰਗ ਰੂਪੀ ਜਹਾਜ਼ ਦੇ ਵਿੱਚ ਸਵਾਰ ਹੋ ਜਾਏ ਤੇ ਫਿਰ ਉਹ ਇਸ ਵਿਸ਼ੇ ਵਿਕਾਰਾਂ ਦੇ ਇਸ ਸਾਗਰ ਨੂੰ ਬੜੇ ਸੌਖੇ ਢੰਗ ਨਾਲ ਤਰ ਜਾਂਦਾ। ਵਿਸ਼ੇ ਵਿਕਾਰ ਪਰ ਜ਼ੋਰ ਪਾਉਂਦੇ ਹੀ ਨਹੀਂ, ਪਾ ਹੀ ਨਹੀਂ ਸਕਦੇ। ਤਿਹ ਕੋ ਪਾਵੋ ਤਰੋ ਸੁਖਾਰੇ, ਆਨੰਦ ਪ੍ਰਾਪਤ ਪਾਰ ਕਰਾਰੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਉਸ ਸਤਸੰਗੀ ਰੂਪੀ ਬੇੜੇ ਵਿੱਚ ਚੜ੍ਹ ਜਾਓ। ਜੇ ਜਵਾਨੀ ਹੈ ਤੇ ਜਵਾਨੀ ਦੇ ਵਿੱਚ ਵੀ ਸੌਖੇ ਢੰਗ ਨਾਲ ਇਹਨਾਂ ਵਿਸ਼ਾ ਵਿਕਾਰਾਂ ਦੇ ਸਮੁੰਦਰ ਨੂੰ ਤਰ ਜਾਓਗੇ। ਹੋਰ ਉਦਾਹਰਨਾਂ ਸਾਡੇ ਕੋਲ ਬੜੀਆਂ ਨੇ। ਪਰ ਜਵਾਨੀ ਦੇ ਵਿੱਚ ਜਿਹੜੇ ਸ਼ਹੀਦੀਆਂ ਹੱਸ ਹੱਸ ਕੇ ਪਾ ਗਏ, ਜਵਾਨੀ ਤਾਂ ਉਹਨਾਂ 'ਤੇ ਵੀ ਆਈ ਸੀ। ਇਸ ਜਹਾਜ਼ ਬਿਨ ਪਾਰ ਨ ਪਾਵੋ, ਨਿਮਰ ਭਾਵ ਹੈ ਵੋ ਸੇਵਕ ਮਾਵੋ। ਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਭਾਈ ਸਿੱਖੋ ਇਹ ਗੱਲ ਚੇਤੇ ਰੱਖਿਓ ਕਿ ਇਸ ਜਹਾਜ਼ ਤੋਂ ਬਿਨਾਂ, ਸਤਸੰਗੀ ਜਹਾਜ਼ ਤੋਂ ਬਿਨਾਂ ਇਹਦੇ ਤੋਂ ਪਾਰ ਹੋਇਆ ਨਹੀਂ ਜਾਂਦਾ, ਨਾ ਕੋਈ ਹੋਇਆ ਹੈ। ਨਿਮਰ ਭਾਵ ਦੇ ਵਿੱਚ ਆ ਕੇ ਸੇਵਾ ਕਰੋ, ਸਤ ਸੰਗਤ ਵਿੱਚ ਆਓ, ਇਹ ਵਿਸ਼ੇ ਵਿਕਾਰਾਂ ਤੋਂ ਪਾਰ ਹੋ ਜਾਓਗੇ। ਬਾਲ ਬੈਸ ਕੋ ਜੁਵਾ ਜਿਉ ਗ੍ਰਾਸ ਲੇਤ ਤਤਕਾਲ। ਹੁਣ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ ਵੀ ਬਾਲ ਅਵਸਥਾ ਨੂੰ ਜਿਵੇਂ ਜਵਾਨੀ ਖਾ ਜਾਂਦੀ ਹੈ, ਕਿਉਂਕਿ ਬਾਲਪਣ ਕਦੋਂ ਤੱਕ ਰਹਿਣਾ ਹੈ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਬਾਬਾ ਕਬੀਰ ਜੀ ਕਹਿੰਦੇ ਨੇ 12 ਬਰਸ ਬਾਲਪਣ ਬੀਤੇ। ਬਾਲਪਣ 12 ਕੁ ਸਾਲ ਤੱਕ ਹੀ ਹੈ ਨਾ, ਜਵਾਨੀ ਫਿਰ ਖਾ ਜਾਂਦੀ ਹੈ। 12 ਬਰਸ ਬਾਲਪਨ ਬੀਤੇ, 20 ਬਰਸ ਕਸ ਤਪ ਨ ਕੀਓ, 30 ਵਰਸ ਕਸ ਦੇਵ ਨ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਹੁਣ ਇੱਥੇ ਥੋੜ੍ਹਾ ਜਿਹਾ ਸਮਝਿਓ ਕਿ 30 ਸਾਲ ਤੋਂ ਬਾਅਦ ਬੰਦਾ ਬੁੱਢਾ ਹੋ ਜਾਂਦਾ ਹੈ। ਬਾਬਾ ਕਬੀਰ ਜੀ ਦਾ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ 12 ਸਾਲ ਨਿਕਲ ਗਏ ਬਾਲਪਨ ਦੇ ਵਿੱਚ,
20 ਸਾਲ ਦੇ ਵਿੱਚ ਅੱਗੇ ਭਰ ਜਵਾਨੀ ਆਈ, ਪਰ ਇਹ ਇਕੱਲਾ 20 ਸਾਲ ਨਹੀਂ, 12 ਤੋਂ ਅੱਗੇ 20 ਹੋਰ, 12 ਤੇ 20 32, ਕਹਿੰਦੇ 30 ਸਾਲ ਤੱਕ ਅੱਗੇ ਹੋਰ ਕਿਸੇ ਦੇਵੀ ਨੂੰ ਨਹੀਂ ਪੂਜਿਆ, ਕਿਸੇ ਰੱਬ ਨੂੰ ਨਹੀਂ ਮੰਨਿਆ। 62 ਸਾਲ ਹੋ ਗਏ, ਔਰ 60 ਸਾਲ ਨੂੰ ਗੁਰੂ ਸਾਹਿਬ ਜੀ ਬੜੇਪਾ ਮੰਨਦੇ ਨੇ। 12 वर्ष बालतन बीते, 20 वर्ष कस देव न पूजा, 20 वर्ष कस तप न कियो। ਹੁਣ ਸਤਿਗੁਰੂ ਜੀ ਨੇ ਜਿੱਥੇ ਪਾਵਨ ਬਚਨ ਕਹੇ ਨੇ, ਉੱਥੇ ਸਤਿਗੁਰੂ ਦਾ ਇੱਕ ਪਾਵਨ ਬਚਨ ਹੋਰ ਹੈ ਕਿ 12 वर्ष ਜਿਹੜੇ ਲੰਘ ਗਏ, ਉੱਥੇ ਸਤਿਗੁਰੂ ਜੀ ਕਹਿੰਦੇ ਨੇ 30 ਕਾ ਸੁੰਦਰ ਕਹਾਵੇ, 40 ਪੁਰ ਹੋਏ 85। 30 ਦਾ ਤਾਂ ਬੜਾ ਸੁੰਦਰ ਜਵਾਨ ਹੈ, 40 ਦਾ ਹੋ ਗਿਆ, ਫਿਰ 85 ਤੋਂ ਭਾਵ 50 ਦਾ ਹੋ ਗਿਆ, ਕਹਿੰਦੇ 60 ਕੇ ਬੁਢੇਪਾ ਹੋਇਆ। ਹੁਣ ਸਤਿਗੁਰੂ ਜੀ ਕਹਿੰਦੇ ਨੇ ਬਾਲਪਨ ਨੂੰ, ਜਿਵੇਂ ਬਾਲ ਅਵਸਥਾ ਨੂੰ ਜਵਾਨੀ ਖਾ ਗਈ, ਥੋੜ੍ਹੇ ਦਿਨ ਦੀ ਖੇਡਾਂ ਸਨ, ਜਵਾਨੀ ਖਾ ਗਈ, ਤੈਸੇ ਹੀ ਇਸ ਜੁਆ ਕੋ ਗ੍ਰਸ ਹੀ ਜਰਾ ਵਿਸਾਲ। ਬਸ ਇਸੇ ਤਰ੍ਹਾਂ ਜਵਾਨੀ ਵੀ ਬਹੁਤੇ ਦਿਨ ਦੀ ਨਹੀਂ, ਇਹ ਵੀ 4 ਕੁ ਦਿਨ ਦੀ ਖੇਡ ਹੈ, ਇਹਨੂੰ ਫਿਰ ਅੱਗੇ ਬੁਢੇਪੇ ਨੇ ਖਾ ਜਾਣਾ ਹੈ। ਔਰ ਬੁਢੇਪਾ ਹੀ ਐਸਾ ਹੈ, ਇੱਕ ਅਜੀਬ ਨੇ ਲਿਖਿਆ ਹੈ ਕਿ ਐ ਖੁਦਾ तेरे कुदरत फानी देखी, जहाँ हर चीज़ आनी जानी देखी। ये वेख्या कि जिहड़ी चीज़ आउंदी है चली जाती है, आउनी जानी है, पर कहते एक जवानी देखी जो जाके ना आए। जवानी चले जे कदे नहीं वापस आती, पर एक बुढ़ेपा देखा जो आके ना जाए। ये कम वक्त आउंदा फिर जांदा ही नहीं, क्योंकि फिर तो लैके जांदा ना, आप नहीं जाता। ਹੁਣ ਸਤਿਗੁਰੂ ਜੀ ਸਮਝਾਉਂਦੇ ਨੇ ਬਾਲਪਨ ਨੂੰ, ਬਚਪਨ ਨੂੰ ਜਵਾਨੀ ਖਾ ਗਈ। ਜਵਾਨੀ ਕਿੰਨੇ ਕੁ ਦਿਨ ਦੀ ਹੈ, ਇਹਨੂੰ ਬੁਢੇਪੇ ਨੇ ਖਾ ਜਾਣਾ ਹੈ। ਜਰ ਜਰ ਭੂਤ ਦੇਹ ਹੈਵ ਜਾਹੀ, ਬੁੱਧ ਖੇਣ ਨਹਿ ਨੈਣ ਦਿਸਾਹੀ। ਹੁਣ ਇਸ ਬੁਢੇਪੇ ਨੇ ਜਿਹੜਾ ਹੈ ਬੜਾ ਅੱਗੇ ਦੁੱਖ ਇਹਨੇ ਦੇਣਾ ਹੈ ਕਿ ਸਰੀਰ ਬੜਾ ਕਮਜ਼ੋਰ ਹੋ ਜਾਂਦਾ ਹੈ। ਜਿਹੜਾ ਦਿਮਾਗ ਹੈ, ਬੁੱਧ ਹੈ, ਉਹ ਕੰਮ ਕੋਈ ਨਹੀਂ ਕਰਦੀ, ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ। ਜਿਹਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ। ਰੁਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪਰਾਨੀ। ਗਲਾ ਰੁਕ ਗਿਆ, ਬੋਲਿਆ ਨਹੀਂ ਜਾਂਦਾ, ਅੱਖਾਂ 'ਚੋਂ ਪਾਣੀ ਵਗਦਾ, ਦਿਸਦਾ ਕੋਈ ਨਹੀਂ, ਕੰਨਾਂ ਤੋਂ ਸੁਣਨਾ ਘੱਟ ਹੋ ਗਿਆ। ਜਰ ਜਰ ਭੂਤ ਦੇਹ ਹੈਵ ਜਾਹੀ, ਬੁੱਧ ਖੇਣ ਨਹਿ ਨੈਣ ਦਿਸਾਹੀ। ਕਰਨ ਨਾ ਸੁਣਹੀ ਸਿਰ ਤਬ ਕੰਪਾ, ਤ੍ਰਿਸ਼ਨਾ ਅਧਿਕ ਹੋਤ ਪ੍ਰਤਾਪਾ। ਕਰਨ ਨਾ ਸੁਣਹੀ, ਕੰਨਾਂ ਤੋਂ ਸੁਣਦਾ ਨਹੀਂ, ਸਿਰ ਕੰਬਦਾ ਹੈ, ਪਰ ਤ੍ਰਿਸ਼ਨਾ ਅਧਿਕ ਹੋਤ ਪ੍ਰਤਾਪਾ। ਸਾਰਾ ਕੁਝ ਕਮਜ਼ੋਰ ਹੋ ਗਿਆ, ਤ੍ਰਿਸ਼ਨਾ ਹੋਰ ਵੱਧ ਗਈ, ਤ੍ਰਿਸ਼ਨਾ ਹੋਰ ਜ਼ਿਆਦਾ ਹੋ ਗਈ, ਇਹਨੇ ਹੋਰ ਜ਼ੋਰ ਪਾ ਲਿਆ। ਸਰੀਰ ਤੇ ਇੰਨਾ ਕਮਜ਼ੋਰ ਹੋ ਗਿਆ, ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਸਿਰ ਕੰਪੈ ਪਗ ਡਗਮਗੇ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਬਿਦ ਭਈ, ਤੋ ਨ ਹਰ ਰਸ ਲੀਨ। ਸਿਰ ਕੰਬਦਾ ਹੈ, ਪੈਰ ਸਿਰ ਹਿੱਲਦਾ, ਪੈਰ ਕੰਬਦੇ ਨੇ, ਪੈਰਾਂ 'ਤੇ ਵਜਨ ਨਹੀਂ ਪੈਂਦਾ, ਅੱਖਾਂ ਤੋਂ ਦਿਸਦਾ ਕੋਈ ਨਹੀਂ। ਇਵੇਂ ਦੀ ਹਾਲਤ ਹੋ ਗਈ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬੰਦੇ ਹਜੇ ਵੀ ਤੂੰ ਰੱਬ ਨੂੰ ਚੇਤੇ ਨਹੀਂ ਕਰਦਾ। ਔਰ ਇੱਥੇ ਧੰਨ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਨੇ ਵੀ ਕੰਨਾਂ ਤੋਂ ਦਿਸਣਾ ਬੰਦ ਹੋ, ਸੁਣਨਾ ਬੰਦ ਹੋ ਜਾਏਗਾ, ਸਿਰ ਜਿਹੜਾ ਕੰਬੇਗਾ, ਪਰ ਤ੍ਰਿਸ਼ਨਾ ਹੋਰ ਵੱਧਦੀ ਹੈ। ਢਿੱਲੋ ਮਾਸ ਸੁੰਦਰਤਾ ਹਰਹਿ, ਜੋ ਤਰ ਕੋ ਗੁਣ ਸੁਕੇ ਕਰਹਿ। ਸਤਿਗੁਰੂ ਕਹਿੰਦੇ ਨੇ ਬੁਢੇਪਾ ਐਸਾ ਦੁੱਖ ਦਿੰਦਾ ਹੈ ਕਿ ਬੜਾ ਸੋਹਣਾ ਜਿਹੜਾ ਸਰੀਰ ਹੈ, ਬੜੀ ਸੋਹਣੀ ਚਮੜੀ ਹੈ, ਇਹ ਫਿਰ ਢਿੱਲੀ ਪੈ ਜਾਂਦੀ ਹੈ, ਲਮਕਦੇ ਨਾ, ਹੱਡੀਆਂ ਤੋਂ ਅੱਡੀ ਹੋ ਜਾਂਦੀ ਹੈ, ਸੁੰਦਰਤਾ ਖਤਮ ਵੀ ਹੋ ਜਾਂਦੀ ਹੈ। ਜਿਵੇਂ ਚੰਗੇ ਪਲੇ ਹਰੇ ਰੁੱਖ ਨੂੰ ਸਿਉਂਕ ਲੱਗ ਜੇ ਤੇ ਖਾ ਕੇ ਥੱਲੇ ਖੋਖਲਾ ਕਰ ਦਿੰਦੀ ਹੈ ਨਾ,
ਇਵੇਂ ਮਾਸ ਵੀ ਖੋਖਲਾ ਹੋ ਜਾਂਦਾ, ਸਰੀਰ ਵੀ ਖੋਖਲਾ ਹੋ ਜਾਂਦਾ ਹੈ। ਇਸਤਰੀ ਤਾਤ ਅਪਰ ਪਰਵਾਰਾ, ਸਭ ਤਜ ਦੇਹ ਨਾ ਲਾਗੇ ਪਿਆਰਾ। ਇੱਥੋਂ ਤੱਕ ਕਿ ਜਦੋਂ ਫਿਰ ਇਵੇਂ ਦਾ ਸਰੀਰ ਹੋ ਜੇ, ਨਾ ਕਮਜ਼ੋਰ ਖਾਸ ਕਰਕੇ ਹੋ ਜੇ, ਫਿਰ ਘਰ ਵਾਲੀ ਵੀ ਨਹੀਂ ਨੇੜੇ ਲੱਗਦੀ। ਤਾਤ ਫਿਰ ਜਿਹੜੇ ਮਾਂ ਬਾਪ ਨੇ ਉਹ ਤਾਂ ਪਹਿਲੂ ਨਹੀਂ ਰਹੇ, ਜਿਹੜੇ ਕਿ ਪੁੱਤਰ ਨੇ, ਧੀਆਂ ਨੇ, ਹੋਰ ਪਰਿਵਾਰ ਹੈ, ਕਹਿੰਦੇ ਇਹਨਾਂ ਨੂੰ ਵੀ ਪਿਆਰਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ। ਇਹ ਉਦੋਂ ਦੀਆਂ ਗੱਲਾਂ ਸਨ, ਪਰ ਫਿਰ ਵੀ ਕਿਤੇ ਨਾ ਕਿਤੇ ਬਜ਼ੁਰਗਾਂ ਦੀ ਸਾਂਭ ਹੋ ਜਾਂਦੀ ਸੀ। ਅੱਜ ਤੇ ਬਿਰਧ ਆਸ਼ਰਮ ਇੰਨੇ ਖੁੱਲ੍ਹ ਗਏ ਨੇ ਕਿ ਕਿਤੇ ਮਾੜਾ ਜਿਹੀ ਖੰਘ ਲੱਗੇ, ਖੂੰ ਖੂੰ ਕਰਨ ਲੱਗਿਆ ਤੇ ਚਲੋ ਬਿਰਧ ਆਸ਼ਰਮ ਛੱਡ ਕੇ, ਸਾਡੇ ਕੋਲ ਥਾਂ ਕੋਈ ਨਹੀਂ, ਫਿਰ ਨਹੀਂ ਨੇੜੇ ਲੱਗਦੇ। ਇਹ ਬੜਾ ਦੁੱਖ ਦਿੰਦਾ ਹੈ ਬੁਢਾਪਾ। ਔਰ ਕਿਰਪਾ ਹੈ ਗੁਰੂ ਦੀ ਕਿ ਜਿਹੜੇ ਬਜ਼ੁਰਗਾਂ ਨੂੰ ਕਿਤੇ ਅੱਜ ਵੀ ਕੋਈ ਧੀ ਪੁੱਤਰ ਸਾਂਭ ਲਵੇ। ਜਰਾ ਨਿਸਾ ਮਹਿ ਖਾਂਸੀ ਸਿਆਰੀ, ਆਏ ਸ਼ਬਦ ਕਰਹੇ ਦੁਖਕਾਰੀ। ਬੁਢੇਪੇ 'ਚ ਰਾਤ ਨੂੰ ਜਦੋਂ ਖੰਘ ਆਉਂਦੀ ਹੈ, ਆਪ ਨੂੰ ਬੁੱਢੇ ਬੰਦੇ ਨੂੰ ਤਾਂ ਦੁਖੀ ਕਰਦੀ ਹੈ, ਪਰ ਕਿਉਂਕਿ ਆਵਾਜ਼ ਕਰਦਾ, ਉੱਚੀ ਖੰਘਦਾ, ਤੇ ਨਾਲ ਦੂਜੇ ਵੀ ਦੁਖੀ ਹੁੰਦੇ ਨੇ। ਹੈ ਅਸ਼ਕਤ ਇੱਕ ਰੋਸ ਨਾ ਜਾਈ, ਜਿਉਂ ਤਰ ਬੜੇ ਲੋਕ ਰਹਾਈ। ਇੱਕ ਤੇ ਬੰਦਾ ਕਮਜ਼ੋਰ ਹੁੰਦਾ ਹੈ, ਤੇ ਦੂਜਾ ਜਿਹੜਾ ਗੁੱਸਾ ਜਿਹੜਾ ਹੋਰ ਚੜ੍ਹਦਾ, ਗੁੱਸਾ ਨਹੀਂ ਜਾਂਦਾ, ਨਾ ਤ੍ਰਿਸ਼ਨਾ ਜਾਂਦੀ ਨਾ ਗੁੱਸਾ ਜਾਏ, ਗੁੱਸਾ ਹੋਰ ਚੜ੍ਹਦਾ ਹੈ। ਜਿਵੇਂ ਰੁੱਖ ਦੇ ਥੱਲੇ ਉੱਲੂ ਰਹਿੰਦੇ ਨੇ ਨਾ, ਇਵੇਂ ਦੀ ਹਾਲਤ ਬਣਦੀ। ਫਿਰ ਘਰ ਵਾਲੇ ਵੀ ਇੱਕ ਨਾਲੀ ਦੇ ਉੱਤੇ ਮੰਜੀ ਡਾਹ ਦਿੰਦੇ ਨੇ, ਦਿਉੜੀ ਦੇ ਬਾਹਰ। ਜਿਵੇਂ ਰੁੱਖ ਤੇ ਉੱਲੂ ਬੈਠਾ ਰਹਿੰਦਾ ਨਾ, ਬੈਠਾ ਉੱਲੂਆਂ ਦੀ ਤਰ੍ਹਾਂ ਝਾਕਦਾ ਰਹੋ, ਨੇੜੇ ਕੋਈ ਨਹੀਂ ਲੱਗਦਾ। ਆਏ ਜਰਾ ਜੈਸੇ ਬਘਿਆਰੇ, ਮ੍ਰਿਗ ਬਲ ਕੇ ਮ੍ਰਿਤ ਕਰਨੇ ਹਾਰੇ। ਬੁਢਾਪਾ ਹੁੰਦਾ ਹੈ ਇਹੋ ਜਿਹਾ ਹੁੰਦਾ ਹੈ ਕਿ ਜਿਵੇਂ ਬਘਿਆੜ ਹੋਵੇ, ਤੇ ਇਸ ਬਘਿਆੜ ਨੂੰ ਮਾਰਨ ਦੇ ਲਈ ਫਿਰ ਸ਼ੇਰ ਆਉਂਦਾ, ਮੌਤ ਰੂਪੀ ਸ਼ੇਰ ਆਉਂਦੀ ਹੈ। ਹੁਣ ਕਹਿੰਦਾ ਬੁਢਾਪਾ ਇਸ ਤਰ੍ਹਾਂ ਹੁੰਦਾ ਜਿਵੇਂ ਬਘਿਆੜ ਹੋਵੇ, ਤੇ ਬਘਿਆੜ ਕੀ ਕਰਦਾ ਹੈ, ਇਹਨੂੰ ਸ਼ੇਰ ਖਾ ਜਾਂਦਾ ਹੈ। ਤੇ ਬਘਿਆੜ ਦੇ ਸਾਹਮਣੇ ਹਿਰਨ ਆਵੇ ਤੇ ਉਹ ਹਿਰਨ ਨੂੰ ਮਾਰ ਦਿੰਦਾ ਹੈ। ਹੁਣ ਇਹ ਜਿਹੜੇ ਮ੍ਰਿਗ ਬਲ ਤੇ ਮ੍ਰਿਤ ਕਰਨੇ ਹਾਰੀ, ਇਹ ਜਿਹੜੇ ਜਵਾਨੀ ਸੀ, ਹਿਰਨ ਵਰਗੀ ਸੋਹਣੀ ਸੀ, ਬਲ ਸੀ, ਤਾਕਤ ਸੀ, ਇਹਨੂੰ ਬਘਿਆੜ ਰੂਪੇ ਬੁਢੇਪਾ ਖਾ ਗਿਆ। ਸਭ ਬਿਦ ਦੇਣ ਕਰਤ ਹੈ ਸੋਈ, ਦੇਖ ਹੰਸੇ ਠਾਨੈ ਸਭ ਕੋਈ। ਸਮਾਂ ਇਵੇਂ ਦਾ ਆ ਜਾਂਦਾ ਹੈ, ਬਜ਼ੁਰਗ ਜ਼ਿਆਦਾ ਹੋ ਜੇ, ਕੇਵਲ ਉਹ ਦੇਣ ਹੁੰਦਾ ਹੈ, ਆਪਣੇ ਆਪ ਕੁਝ ਕਰ ਨਹੀਂ ਸਕਦਾ, ਉਹਨੂੰ ਵੇਖ ਕੇ ਸਾਰੇ ਹੱਸਦੇ ਵੀ ਨੇ। ਔਰ ਇੱਥੇ ਤੇ ਸਤਿਗੁਰੂ ਜੀ ਨੇ 3 ਅਵਸਥਾ ਦਾ ਤਾਂ ਜ਼ਿਕਰ ਕੀਤਾ ਹੈ, ਬਾਲ, ਜਵਾਨੀ ਔਰ ਬਿਰਧ ਫੁੱਲ। 3 ਅਵਸਥਾ ਜਾਣ। ਤੇ ਜਦੋਂ ਮਨੁੱਖ ਦਾ ਨਾਂ ਸ਼ੁਕਰੇਪਣ ਦਾ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ, ਮਨੁੱਖ ਦੇ ਜੀਵਨ ਨੂੰ ਸਤਿਗੁਰੂ ਦੇ ਬਾਣੀ ਨੇ 10 ਹਿੱਸਿਆਂ ਦੇ ਵਿੱਚ ਵੰਡਿਆ। ਔਰ ਸਾਨੂੰ ਸਮਝਾਉਣ ਵਾਸਤੇ ਦੇਖ ਮਨੁੱਖ ਗੁਰੂ ਕੇ ਸਿੱਖਾਂ 10 ਹਿੱਸੇ ਜੀਵਨ ਦੇ ਕਰ ਦਿੱਤੇ। ਉਹਨਾਂ ਵਿੱਚੋਂ ਇੱਕ ਹਿੱਸਾ ਵੀ ਤੂੰ ਰੱਬ ਦੇ ਲੇਖੇ, ਗੁਰੂ ਦੇ ਲੇਖੇ ਲਾਇਆ ਹੀ ਨਾ। ਕਿਸੇ ਵੀ ਸਮੇਂ ਤੂੰ ਰੱਬ ਨੂੰ ਚੇਤੇ ਕੀਤਾ ਹੀ ਨਾ। ਸਤਿਗੁਰੂ ਦਾ ਪਾਵਨ ਬਚਨ ਹੈ। 10 ਹਿੱਸੇ ਜਦੋਂ ਕਰਦੇ ਨੇ, ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ। ਜੀਵਨ ਦਾ ਸਭ ਤੋਂ ਪਹਿਲਾ ਹਿੱਸਾ ਤੇ ਸੀ ਬਚਪਨ ਦਾ, ਕਿ ਕੇਵਲ ਮਾਂ ਦੇ ਦੁੱਧ ਨਾਲ ਪਿਆਰ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੇ ਸੁੱਧ। ਦੂਜਾ ਹਿੱਸਾ ਉਹ ਜੀਵਨ ਦਾ ਕਿ ਸਮਝ ਲੱਗ ਗਈ ਇਹ ਮੇਰੀ ਮਾਂ ਹੈ, ਇਹ ਮੇਰਾ ਪਿਓ ਹੈ। ਤੀਜੇ ਭਇਆ ਭਾਬੀ ਬੇਬ। ਭਾਬੀ ਬੇਬ ਦਾ ਅਰਥ ਹੈ ਕਿ ਭਰਾ ਭਰਜਾਈ ਦੀ, ਭੈਣਾਂ ਭਰਾਵਾਂ ਦੀ ਸਮਝ ਲੱਗ ਗਈ। ਚੌਥੇ ਪਿਆਰ ਉਪੰਨੀ ਖੇਡ। ਜੀਵਨ ਦਾ ਚੌਥਾ ਹਿੱਸਾ ਉਹ ਜਿੱਥੇ ਖਾਣਾ ਪੀਣਾ ਵੀ ਭੁੱਲ ਜਾਂਦਾ ਹੈ, ਕੇਵਲ ਖੇਡ ਪਿਆਰੀ ਲੱਗਦੀ ਹੈ। ਔਰ ਜਦੋਂ ਤੱਕ ਮਾਂ ਬਾਂਹ ਤੋਂ ਫੜ ਕੇ ਲਿਜਾਏ ਨਾ, ਕੁਝ ਖਾਣਾ ਭੁੱਲ ਹੀ ਜਾਂਦਾ, ਖਾਣਾ ਕੁਝ। ਫਿਰ ਅੱਗੇ 5ਵਾਂ ਹਿੱਸਾ ਜ਼ਿੰਦਗੀ ਦਾ ਉਹ ਹੁੰਦਾ ਜਦੋਂ ਖੇਡਾਂ ਵੀ ਭੁੱਲ ਜਾਂਦੀਆਂ ਨੇ, ਫਿਰ ਸਿਰਫ ਖਾਣਾ ਤੇ ਪੀਣਾ ਯਾਦ ਰਹਿ ਜਾਂਦਾ ਹੈ।
ਔਰ ਸਤਿਗੁਰੂ ਜੀ ਕਹਿੰਦੇ ਨੇ 6ਵਾਂ ਹਿੱਸਾ ਉਹ ਆਇਆ ਜਦੋਂ ਫਿਰ ਜਵਾਨੀ ਆਈ, ਜਦੋਂ ਫਿਰ ਕਾਮ ਨੇ ਜ਼ੋਰ ਮਾਰਿਆ। 7ਵਾਂ ਹਿੱਸਾ ਉਹ ਜਦੋਂ ਘਰਵਾਲੀ ਦੇ ਨਾਲ ਸਾਂਝ ਪਈ, ਵਿਆਹਿਆ ਗਿਆ। 8ਵਾਂ ਹਿੱਸਾ ਉਹ ਗਿਣਿਆ ਕਿ ਜਦੋਂ ਫਿਰ ਬਾਲ ਬੱਚੇ ਹੋ ਗਏ, ਪਰਿਵਾਰ ਹੋ ਗਿਆ, ਉਹ ਫਿਰ ਮੰਗਦੇ ਨੇ ਕਿ ਹੁਣ ਲਿਆ ਕਮਾ ਕੇ। ਫਿਰ ਗੁੱਸਾ ਚੜ੍ਹਦਾ, ਫਿਰ ਇਹ ਕ੍ਰੋਧ ਨੇ ਇਸ ਸਰੀਰ ਨੂੰ ਖਾ ਲਿਆ। 9ਵਾਂ ਹਿੱਸਾ ਜੀਵਨ ਦਾ ਉਹ ਕਿ ਜਦੋਂ ਸਾਹ ਲੈਣੇ ਵੀ ਔਖੇ ਹੋ ਗਏ, ਇਹ ਬੁਢਾਪੇ ਵਾਲੀ ਅਵਸਥਾ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਅੱਗੇ 10ਵੇਂ 'ਚ ਜਾ ਕੇ ਸਵਾਈ ਬਣਦਾ ਹੈ। ਉਹ ਸਤਿਗੁਰੂ ਜੀ ਦਾ ਪਾਵਨ ਬਚਨ ਹੈ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੇ ਸੁਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇੜ, ਪੰਜਵੇਂ ਖਾਣ ਪੀਣ ਕੇ ਧਾਤ, ਛੇਵੇਂ ਕਾਮ ਨ ਸੁਪੈ ਜਾਤ, ਸਤਵੇਂ ਸੰਝ ਕੀਆ ਘਰ ਵਾਸ, ਅਠਵਾਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਬੇ ਸਾ, 10ਵੇਂ ਦੱਦਾ ਹੋਆ ਸੁਆ। ਹੁਣ ਅੱਗੇ ਤੇ ਕਹਿੰਦੇ 10 ਹਿੱਸੇ ਗਿਣ ਦਿੱਤੇ, ਇੱਕ ਵੀ ਹਿੱਸਾ ਐਸਾ ਨਹੀਂ ਕਿ ਜਿਹੜੇ ਰੱਬ ਨੇ ਇਹ ਮਨੁੱਖ ਦੇਹ ਦਿੱਤੀ, ਸਰੀਰ ਦਿੱਤਾ, ਉਹਨੂੰ ਕਿਤੇ ਚੇਤੇ ਕਰ ਲਵੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਬਚਪਨ ਤੋਂ ਬਾਅਦ ਜਵਾਨੀ, ਤੇ ਜਿਵੇਂ ਜਵਾਨੀ ਬਚਪਨ ਨੂੰ ਖਾ ਗਈ, ਬੁਢੇਪੇ ਨੇ ਜਵਾਨੀ ਨੂੰ ਖਾ ਜਾਣਾ ਹੈ। ਰੋਗਣ ਕੇ ਜਰ ਜਰਾ ਪਛਾਨੋ, ਸਰਬ ਦੁਖਣ ਕਾ ਸਦਨ ਪ੍ਰਮਾਨੋ। ਸਤਿਗੁਰੂ ਕਹਿੰਦੇ ਨੇ ਜਿਵੇਂ ਵਿਕਾਰਾਂ ਦੀ ਜੜ ਜਵਾਨੀ ਹੈ, ਇਵੇਂ ਸਮਝ ਲਓ ਕਿ ਰੋਗਾਂ ਦੀ ਜੜ ਹੈ ਬੁਢੇਪਾ। ਫਿਰ ਜਿਹੜਾ ਰੋਗ ਕਦੇ ਸੁਣਿਆ ਵੀ ਨਹੀਂ ਸੀ ਉਹ ਵੀ ਹੁੰਦਾ ਹੈ, ਸਾਰੇ ਦੁੱਖ ਆ ਕੇ ਚੰਬੜਦੇ ਨੇ। ਸੇਤ ਕੇਸ ਹੋਵੇ ਸਭ ਠੌਰਾ, ਮਨੋ ਜਰਾ ਪਰ ਝੂਲਤ ਝੂਰਾ। ਕੇਸ ਫਿਰ ਚਿੱਟੇ ਹੋ ਜਾਂਦੇ ਨੇ, ਬਸ ਇਸ ਤਰ੍ਹਾਂ ਕਹਿੰਦੇ ਮਨੋ ਜਰਾ ਪਰ ਝੂਲਤ ਝੂਰਾ। ਉਹ ਚਿੱਟੇ ਕੇਸ ਇਸ ਤਰ੍ਹਾਂ ਨੇ ਕਿ ਜਿਵੇਂ ਚੌਰ, ਚਿੱਟੇ ਰੰਗ ਦਾ ਚੌਰ ਜਿਵੇਂ ਝੁਲਦਾ ਹੋਵੇ। ਕਿਦੋ ਜਰਾ ਕੇ ਦੂਤ ਅਗਾਰੇ, ਨਿਜ ਬਸ ਦੇਹ ਕਰਿਓ ਚਹਿ ਸਾਰੇ। ਬਸ ਬੁਢੇਪਾ ਇਸ ਤਰ੍ਹਾਂ ਹੈ ਕਿ ਜਿਵੇਂ ਦੂਤ ਸਾਰੇ ਦੇਹ ਨੂੰ ਆਪਣੇ ਵਸ ਕਰ ਲੈਣਾ ਚਾਹੁੰਦੇ ਹੋਣ, ਔਰ ਕਰ ਹੀ ਲੈਂਦੇ ਨੇ। ਮਨੋ ਕਾਲ ਕੋ ਆਏ ਸੰਦੇਸਾ, ਰੂਪ ਵਿਦਾਰਣ ਭੇ ਸਿਤ ਕੇਸਾ। ਚਿੱਟੇ ਕੇਸ ਇਸ ਤਰ੍ਹਾਂ ਨੇ ਕਿ ਜਿਵੇਂ ਕਾਲ ਦਾ ਸੁਨੇਹਾ ਆ ਗਿਆ, ਮੌਤ ਦਾ ਸੁਨੇਹਾ ਆ ਗਿਆ ਕਿ ਸੱਜਣਾ ਹੁਣ ਤਿਆਰੀ ਕਰ ਲੈ। ਪੁੰਨ ਤਤਕਾਲ ਗ੍ਰਸੈ ਮ੍ਰਿਤ ਆਈ, ਮਹਾ ਕਸ਼ਟ ਤਿਹ ਛਿਨ ਨਰ ਪਾਈ। ਫਿਰ ਉਹ ਸਮਾਂ ਆਉਂਦਾ ਹੈ ਜਦੋਂ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ। ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਸਾਈਂ ਦੀ ਸੱਦ ਆ ਜਾਂਦੀ ਹੈ। ਜਦੋਂ ਮੌਤ ਦਾ ਉਹ ਸੁਨੇਹਾ ਆਉਂਦਾ ਹੈ, ਬਸ ਕਹਿੰਦੇ ਫਿਰ ਉਦੋਂ ਮਹਾ ਕਸ਼ਟ ਤੇ ਛਿਨ ਨਰ ਪਾਈ, ਉਦੋਂ ਬੜਾ ਦੁਖੀ ਹੁੰਦਾ ਹੈ। ਔਰ ਕੱਲ ਬੇਨਤੀ ਕੀਤੀ ਸੀ ਕਿ 100,000 ਬਿੱਛੂ ਡੰਗ ਮਾਰਨ, ਇੰਨਾ ਦੁੱਖ ਹੈ ਜਦੋਂ ਸਰੀਰ ਛੱਡਣਾ ਹੈ, ਔਰ ਇੰਨਾ ਹੀ ਦੁੱਖ ਹੈ ਜਦੋਂ ਜਨਮ ਲੈਣਾ ਹੈ। ਤਿਸ ਤੇ ਉਬਰ ਸਕੈ ਨਾ ਕੋਈ, ਖਾਏ ਮਹਾਬਲੇ ਥੇ ਜੋਈ। ਔਰ ਮੌਤ ਐਸੀ ਮਹਾਬਲੀ ਹੈ, ਇਹਦੇ ਤੋਂ ਬਚਿਆ ਕੋਈ ਨਹੀਂ। ਮੌਤ ਨੂੰ ਵੱਡੇ ਵੱਡੇ ਜਿਹੜੇ ਮਹਾਬਲੀ ਸੀ, ਮੌਤ ਉਹਨਾਂ ਨੂੰ ਖਾ ਗਈ। ਜਿਹੜੇ ਰਾਵਣ ਵਰਗੇ ਵਾਸਤੇ ਇਹ ਮਨੌਤ ਹੈ, ਇਹ ਉਹਨਾਂ ਦੀ ਮਨੌਤ ਹੈ ਨਾ। ਮੌਤ ਨੂੰ ਆਪਣੇ ਪਾਵੇ ਨਾਲ ਕਹਿੰਦੇ ਸਨ ਬੰਨ੍ਹ ਲਿਆ, ਪਰ ਮੌਤ ਨਹੀਂ ਕਿਸੇ ਦਾ ਲਿਹਾਜ਼ ਕਰਦੀ, ਖਾ ਗਈ ਉਹਨੂੰ ਵੀ। ਵੱਡੇ ਵੱਡੇ ਮਹਾਬਲੀਆਂ ਨੂੰ ਖਾ ਜਾਂਦੀ ਹੈ। ਅੰਜਲ ਕੇ ਜਲ ਸਮ ਬੈ ਇਹ, ਠਹਿਰਤ ਨ ਹੈ ਛਿਨ ਭੰਗਰ ਦੇਹੀ। ਸਤਿਗੁਰੂ ਕਹਿੰਦੇ ਨੇ ਇਹ ਮਨੁੱਖਾ ਦੇਹੀ, ਇਹਦੇ ਵਿੱਚ ਚੱਲਦੇ ਹੋਏ ਸਵਾਸ ਤੇ ਇਸ ਤਰ੍ਹਾਂ ਨੇ। ਇਹ ਉਮਰ ਮਨੁੱਖ ਦੀ ਇਵੇਂ ਦੀ ਹੈ ਜਿਵੇਂ ਬੁੱਕ ਦੇ ਵਿੱਚ ਪਾਣੀ ਭਰਿਆ ਹੋਵੇ, ਤੇ ਬੁੱਕ 'ਚ ਭਰਿਆ ਪਾਣੀ ਕਿੰਨੇ ਕੁ ਦੇਰ ਠਹਿਰੇਗਾ ਜੀ। ਜਿਵੇਂ ਉਹ ਪਾਣੀ ਨਹੀਂ ਰੁਕਦਾ, ਉਵੇਂ ਸਵਾਸ ਨਹੀਂ ਰੁਕਦੇ।
ਇਹ ਚੱਲਦੇ ਨੇ, ਪਰ ਉਹ ਸਵਾਸ ਕਦੋਂ ਆਖਰੀ ਸਵਾਸ ਆਉਣਾ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਮ ਆਤਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਜਦੋਂ ਪਤਾ ਹੀ ਨਹੀਂ ਉਹ ਅਖੀਰਲਾ ਸਵਾਸ ਕਦੋਂ ਆ ਜਾਣਾ ਹੈ। ਇਹ ਸਤਿਗੁਰੂ ਜੀ ਕਹਿੰਦੇ ਨੇ ਬਸ ਉਹ ਪਾਣੀ ਦੀ ਬੁੱਕ ਦੀ ਤਰ੍ਹਾਂ ਹੈ। ਔਰ ਗੁਰੂ ਸਾਹਿਬ ਨੇ ਤਾਂ ਉਦਾਹਰਣ ਦਿੱਤੀ, ਪਾਣੀ ਦਾ ਬੁੱਕ ਇਹ ਤਾਂ ਫਿਰ ਵੀ ਕੁਝ ਸਮਾਂ ਕੱਢਦਾ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਕਹਿੰਦੇ ਨੇ ਕਿ ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੇ, ਕਹੋ ਨਾਨਕ ਸੁਣ ਮੀਤ। ਸੰਸਾਰ ਦੇ ਰਚਨਾ ਤੇ ਪਾਣੀ ਦੇ ਉਸ ਬੁਲਬੁਲੇ ਦੀ ਤਰ੍ਹਾਂ ਹੈ। ਪਾਣੀ ਦਾ ਬੁਲਬੁਲਾ ਉਹਦੀ ਕੀ ਹੋਂਦ ਹੈ ਜੀ? ਸਤਿਗੁਰੂ ਜੀ ਕਹਿੰਦੇ ਨੇ ਬਸ ਮਨੁੱਖ ਦੀ ਹੋਂਦ ਵੀ ਇੱਕ ਸਵਾਸ ਤੱਕ ਹੀ ਹੈ। ਯੁਗਤ ਵਿਕਾਰ ਅਵਸਥਾ ਤਿੰਨੋ, ਬਿਤੇ ਜੇ ਹਰ ਕੇ ਸਿਮਰਨ ਹੀਨੋ। ਸਤਿਗੁਰੂ ਜੀ ਕਹਿੰਦੇ ਨੇ ਬਸ ਤਿੰਨੇ ਅਵਸਥਾਵਾਂ, ਬਾਲ ਜਵਾਨੀ ਤੇ ਬਿਰਧ ਪੁਨ, ਇਹ ਬੀਤ ਜਾਂਦੀਆਂ ਨੇ ਜੇ ਸਿਮਰਨ ਨਹੀਂ ਤੇ ਲੰਘ ਜਾਂਦੀਆਂ ਨੇ। ਔਰ ਲੰਘਦੀਆਂ ਨੇ ਬੇਕਾਰ ਹੀ ਹੋ ਜਾਂਦੀਆਂ ਨੇ, ਕਿਸੇ ਕੰਮ ਹੀ ਨਹੀਂ ਹੁੰਦੇ। ਮਨੁੱਖਾ ਦੇਹੀ ਬੇਕਾਰ, ਇਹ ਜੀਵਨ ਬੇਕਾਰ, ਇੱਥੇ ਆਉਣਾ ਹੀ ਬੇਕਾਰ, ਕਿਸੇ ਕੰਮ ਦਾ ਹੀ ਨਹੀਂ। ਨਿਜ ਕਲਿਆਣ ਚਹਿਤ ਹੈ ਜਈ, ਸਤ ਸੰਗਤ ਮੈਂ ਮਿਲ ਹੈ ਤੇ। ਪਰ ਹਾਂ ਜਿਹੜਾ ਆਪਣਾ ਕਲਿਆਣ ਚਾਹੁੰਦੇ ਨੇ ਕਿ ਮਨੁੱਖਾ ਦੇਹੀ ਮਿਲੀ ਹੈ, ਇਸ ਦੇਹ ਦੇ ਵਿੱਚ ਰਹਿੰਦੇ ਸਾਡਾ ਕੋਈ ਕਲਿਆਣ ਹੋ ਜੇ, ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਸਤ ਸੰਗਤ ਵਿੱਚ ਮਿਲਦੇ ਨੇ। ਤਿਨ ਕੇ ਬਚਨ ਸੁਣੇ ਔਰ ਮਾਨੇ, ਕਾਰ ਨਿਤ ਆਸਣ ਆਨੰਦ ਸੁਠਾਨੇ। ਫਿਰ ਉਹ ਸੰਗਤ ਵਿੱਚ ਮਿਲ ਕੇ ਸਤ ਦੇ ਬਚਨ ਸੁਣਦੇ ਨੇ, ਗੁਰੂ ਦੇ ਬਚਨ ਸੁਣਦੇ ਨੇ, ਇਕੱਲੇ ਸੁਣਦੇ ਹੀ ਨਹੀਂ। ਕਹਿੰਦੇ ਤਿਨ ਕੇ ਬਚਨ ਸੁਣੇ ਔਰ ਮਾਨੇ, ਸੁਣ ਕੇ ਫਿਰ ਮੰਨਦੇ ਵੀ ਨੇ, ਅਤੇ ਮੰਨਣ ਦਾ ਅਰਥ ਉਹਨੂੰ ਕਮਾਉਂਦੇ ਨੇ, ਉਸੇ ਮੁਤਾਬਕ ਆਪਣੇ ਜੀਵਨ ਨੂੰ ਉਹ ਚਲਾਉਂਦੇ ਨੇ, ਅਤੇ ਫਿਰ ਉਹਨਾਂ ਨੂੰ ਸਦੀਵੀ ਆਨੰਦ ਮਿਲਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।